Good morning dear students. Today we will discuss the cell membrane. पिछले ਜਿਹੜੇ ਲੈਕਚਰ ਦੇ ਵਿੱਚ ਬੇਟਾ ਆਪਾਂ ਸੈੱਲ ਵਾਲ ਦੀ ਗੱਲ ਕੀਤੀ ਸੀਗੀ, ਜਿਹੜੀ ਆਪਾਂ ਕਹਿੰਦੇ ਕਿ ਜਿੰਨੇ ਵੀ ਕੀ ਆ ਪਲਾਂਟਸ ਹੁੰਦੇ ਹੈਗੇ ਨੇ ਜਾਂ ਫੰਜਾਈ ਹੈਗੀ ਆ, ਪ੍ਰੋਟਿਸਟਾ ਹੈਗੀ ਆ, ਉਹਦੇ ਆਲੇ ਦੁਆਲੇ ਜਿਹੜੀ ਕਿ ਪ੍ਰੈਜ਼ੈਂਟ ਹੁੰਦੀ ਹੈਗੀ। ਸੈੱਲ ਮੈਂਬਰੇਨ ਬੇਟਾ ਕੀ ਹੈ, ਜੋ ਵੀ ਪ੍ਰੋਟੋਪਲਾਸਟ ਨੂੰ ਕਵਰ ਕਰਦੀ ਹੈ। ਪ੍ਰੋਟੋਪਲਾਜ਼ਮ ਦਾ ਮਤਲਬ ਕੀ ਹੁੰਦਾ ਹੈਗਾ, ਕਿਸੇ ਵੀ ਸੈੱਲ ਦਾ ਕੀ ਲਿਵਿੰਗ ਪਾਰਟ ਹੈ ਉਹਨੂੰ ਜਿਹੜੀ ਕਵਰ ਕਰਦੀ ਹੈ, ਚਾਹੇ ਉਹ ਸੈੱਲ ਦੀ ਆਊਟਰਮੋਸਟ ਮੈਂਬਰੇਨ ਹੈਗੀ ਆ, ਚਾਹੇ ਸੈੱਲ ਦੇ ਵਿੱਚ ਪ੍ਰੈਜ਼ੈਂਟ ਜਿੰਨੇ ਵੀ ਕੀ ਆ ਆਰਗੇਨੈਲਸ ਹੁੰਦੇ ਹੈਗੇ ਨੇ ਉਹਨਾਂ ਦੀ ਮੈਂਬਰੇਨ ਆ, ਉਹਨੂੰ ਕੀ ਸੈੱਲ ਮੈਂਬਰੇਨ ਕਿਹਾ ਜਾਂਦਾ ਹੈਗਾ। ਕਵਰਿੰਗ ਆਫ ਦਾ ਪ੍ਰੋਟੋਪਲਾਸਟ ਐਂਡ ਸੈਵਰਲ ਸੈੱਲ ਆਰਗੇਨੈਲਸ। ਕਵਰਿੰਗ ਵੈਕਿਊਲਸ ਨੂੰ ਅਸੀਂ ਟੋਨੋਪਲਾਸਟ ਕਹਿੰਦੇ ਆ, ਆਪਾਂ ਪਲਾਂਟ ਸੈੱਲ ਦੇ ਵਿੱਚ ਵੀ ਕੀਤਾ ਸੀਗਾ। ਜਿਹੜੀ ਕਿ ਕੁਇਸ਼ੀ ਫਲੂਇਡ ਹੁੰਦੀ ਹੈਗੀ ਹੈ। ਕੁਇਸ਼ੀ ਦਾ ਮਤਲਬ ਕੀ ਹੁੰਦਾ, ਫਲੂਇਡ ਦਾ ਮਤਲਬ, ਕੁਇਸ਼ੀ ਦਾ ਮਤਲਬ ਸੋਲਿਡ, ਫਲੂਇਡ ਦਾ ਮਤਲਬ ਲਿਕੁਇਡ। ਇਹਦਾ ਮਤਲਬ ਟੋਟਲੀ ਜਿਹੜੀ ਕਿ ਲਿਕੁਇਡ ਨਹੀਂ ਹੁੰਦੀ ਹੈਗੀ, ਸੈਮੀ ਜਿਹੜੀ ਕਿ ਸੋਲਿਡ ਹੁੰਦੀ ਹੈਗੀ ਆ, ਇਲਾਸਟਿਕ ਹੁੰਦੀ ਹੈਗੀ ਆ, ਪਲੇਏਬਲ ਦਾ ਮਤਲਬ ਇਹ ਹੁੰਦਾ ਫਲੈਕਸੀਬਲ ਹੁੰਦੀ ਹੈਗੀ ਆ, ਅਤੇ ਇਹਦੀ ਜਿਹੜੀ ਕਿ ਐਵਰੇਜ ਥਿਕਨੈਸ ਹੁੰਦੀ ਹੈ ਬੇਟਾ 75 ਔਂਗਸਟ੍ਰੋਂਗ ਹੁੰਦੀ ਹੈਗੀ ਆ। ਨੈਕਸਟ ਆ ਗਿਆ ਕੰਪੋਜੀਸ਼ਨ, ਕਿ ਕਿਸ ਚੀਜ਼ ਤੋਂ ਬਣੀ ਹੁੰਦੀ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ 'ਚ ਪ੍ਰੈਜ਼ੈਂਟ ਹੁੰਦੀਆਂ ਨੇ। ਲਿਪਿਡਸ ਹੁੰਦੇ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਫੈਟ ਕਹਿੰਦੇ ਹੈਗੇ ਆ, ਪ੍ਰੋਟੀਨਸ, ਕਾਰਬੋਹਾਈਡਰੇਟਸ ਅਤੇ ਵਾਟਰ ਹੁੰਦਾ ਹੈਗਾ। ਲਿਪਿਡ ਮੋਲੀਕੂਲ ਜਿਹੜੇ ਕੀ ਆ ਐਂਫੋਟੈਰਿਕ ਹੁੰਦੇ ਹੈਗੇ ਨੇ, ਦੇ ਪੋਜੈਸ ਬੋਥ ਪੋਲਰ, ਇੱਕ ਪਾਸੇ ਹਾਈਡਰੋਫਿਲਿਕ ਹੁੰਦਾ ਹੈਗਾ ਜਿਹਨੂੰ ਅਸੀਂ ਕਿ ਵਾਟਰ ਲਵਿੰਗ ਕਹਿੰਦੇ ਹੈਗੇ ਆ, ਦੂਸਰਾ ਨਾਨ ਪੋਲਰ ਹੁੰਦਾ ਜਿਹਨੂੰ ਕਿ ਹਾਈਡਰੋਫੋਬਿਕ ਕਿਹਾ ਜਾਂਦਾ ਹੈਗਾ। ਇਹਦਾ ਮਤਲਬ ਕਿ ਇਹਦਾ ਇੱਕ ਜਿਹੜਾ ਐਂਡ ਹੁੰਦਾ ਹੈਗਾ ਉਹਦਾ ਵਾਟਰ ਨੂੰ ਜਿਹੜਾ ਕੀ ਅਲਾਓ ਕਰਦਾ ਹੈਗਾ ਪਾਸ ਹੋਣ ਵਾਸਤੇ, ਲੇਕਿਨ ਦੂਸਰਾ ਜਿਹੜਾ ਕਿ ਉਹਨੂੰ ਕੀ ਪ੍ਰੀਵੈਂਟ ਕਰਦਾ ਹੈਗਾ। ਹਾਈਡਰੋਫਿਲਿਕ ਰੀਜ਼ਨ ਜਿਹੜਾ ਕੀ ਹੈ ਇਨ ਦਾ ਫਾਰਮ ਆਫ ਕੀ ਹੈਡ ਹੁੰਦਾ ਹੈਗਾ, ਜਿਹੜਾ ਹਾਈਡਰੋਫੋਬਿਕ ਹੁੰਦਾ ਉਹਦੇ ਵਿੱਚ ਕੀ ਟੇਲਸ ਪ੍ਰੈਜ਼ੈਂਟ ਹੁੰਦੀਆਂ ਹੈਗੀਆਂ ਨੇ। ਫੈਟੀ ਐਸਿਡ ਹੈ ਕਿ ਹਾਈਡਰੋਫੋਬਿਕ ਟੇਲ ਜਿਹੜੀਆਂ ਕੀ ਆ ਸੈਂਟਰ ਦੇ ਵਿੱਚ ਹੁੰਦੀਆਂ ਨੇ, ਅਤੇ ਹੈਡ ਜਿਹੜਾ ਕਿ ਬਾਹਰਲੀ ਸਾਈਡ ਦੇ ਉੱਪਰ ਪ੍ਰੈਜ਼ੈਂਟ ਹੁੰਦਾ ਹੈਗਾ, ਜਿਹਦੇ ਕਰਕੇ ਕਹਿੰਦਾ ਕੀ ਆ ਬਾਈ ਲਿਪਿਡ ਲੇਅਰ ਜਿਹੜੀ ਕਿ ਪਰਫੋਰਮ ਕਰਦੀ ਹੈਗੀ ਆ। ਪੋਲਰ ਜਿਹੜੇ ਕਿ ਹਾਈਡਰੋਫਿਲੀ ਲਿੰਕੇਜਸ ਹੁੰਦੇ ਹੈਗੇ ਨੇ, ਆਊਟਰ ਸਾਈਡ ਹੁੰਦੇ ਨੇ, ਅਤੇ ਹਾਈਡਰੋਫੋਬਿਕ ਜਿਹੜੇ ਕੀ ਆ ਇਨਵਰਡ ਹੁੰਦੇ ਹੈਗੇ ਨੇ ਸੈੱਲ ਮੈਂਬਰੇਨ ਦੇ। ਨੈਕਸਟ ਆ ਗਿਆ ਬੇਟਾ ਆਪਣੇ ਕੋਲ ਫੰਕਸ਼ਨਸ। ਪਹਿਲਾ ਕੀ ਆ, ਕਿਹੜੇ ਕਿ ਸੈਪਰੇਟ ਕਰਦੇ ਨੇ ਸੈੱਲ ਨੂੰ ਕਿ ਐਕਸਟਰਨਲ ਐਨਵਾਇਰਮੈਂਟ ਤੋਂ, ਜਾਂ ਜਿਹੜਾ ਆਰਗੇਨਲ ਹੈ ਇੱਕ ਆਰਗੇਨਲ ਨੂੰ ਦੂਸਰੇ ਆਰਗੇਨਲ ਤੋਂ ਜਿਹੜੇ ਕਿ ਸੈਪਰੇਟ ਕਰਦੇ ਹੈਗੇ ਨੇ। ਕਿਸੇ ਵੀ ਸੈੱਲ ਨੂੰ ਕੀ ਆ ਇੰਜਰੀ ਤੋਂ ਜਿਹੜੀ ਕਿ ਪ੍ਰੋਟੈਕਸ਼ਨ ਪ੍ਰੋਵਾਈਡ ਕਰਦੇ ਹੈਗੇ ਨੇ। ਦੂਸਰਾ ਬੇਟਾ ਕੀ ਆ ਫਲੋ ਆਫ ਜਿਹੜੇ ਕੀ ਆ ਮਟੀਰੀਅਲਸ ਹੁੰਦੇ ਨੇ, ਜਾਂ ਜਿਹੜੀ ਇਨਫੋਰਮੇਸ਼ਨ ਹੁੰਦੀ ਹੈਗੀ ਆ ਡਿਫਰੈਂਟ ਆਰਗੇਨਲਸ ਅਤੇ ਡਿਫਰੈਂਟ ਸੈੱਲ ਦੇ ਵਿੱਚ ਉਹਨਾਂ ਨੂੰ ਕੀ ਆ ਅਲਾਓ ਕਰਦੇ ਨੇ। ਦੂਸਰਾ ਸਿਲੈਕਟਿਵਲੀ ਪਰਮੀਏਬਲ ਹੁੰਦੇ ਹੈਗੇ ਨੇ, ਸਿਰਫ ਕੀ ਸਿਲੈਕਟਿਡ ਮੋਲੀਕਿਊਲਸ ਨੂੰ ਜਿਹੜੇ ਕਿ ਅੰਦਰ ਪਾਸ ਆਨ ਹੋਣ ਦਿੰਦੇ ਹੈਗੇ ਨੇ। ਨੈਕਸਟ ਆ ਬੇਟਾ ਕੀ ਕਰੀਅਰ ਪ੍ਰੋਟੀਨ ਹੁੰਦੀ ਹੈ ਐਕਟਿਵ ਟਰਾਂਸਪੋਰਟ ਵਾਸਤੇ, ਕਿਉਂਕਿ ਆਪਾਂ ਗੱਲ ਕੀਤੀ ਹੈਗੀ ਆ ਹਾਈਡਰੋਫੋਬਿਕ ਹੋਣ ਕਰਕੇ ਜਿਹੜਾ ਕੀ ਆ ਵਾਟਰ ਦੇ ਵਿੱਚ ਜਿਹੜੇ ਆਪਾਂ ਕਹਿੰਦੇ ਡਿਜ਼ੋਲਵ ਮੋਲੀਕਿਊਲਸ ਹੁੰਦੇ ਹੈਗੇ ਨੇ ਉਹਨਾਂ ਨੂੰ ਅੰਦਰ ਪਾਸ ਆਨ ਨਹੀਂ ਹੋਣ ਦਿੰਦੀ ਹੈਗੀ, ਜਿਹਦੇ ਕਰਕੇ ਕੀ ਆ ਕਰੀਅਰ ਪ੍ਰੋਟੀਨ ਉਹਨਾਂ ਦੀ ਹੈਲਪ ਕਰਦੀ ਹੈਗੀ ਆ। ਕੁਛ ਜਿਹੜੇ ਕੀ ਆ ਸੈੱਲ ਮੈਂਬਰੇਨਸ ਜਿਹੜੇ ਕੀ ਆ ਮਾਈਕਰੋਵਿਲਾਈਜ਼ ਪਰਫੋਰਮ ਕਰਦੇ ਹੈਗੇ ਨੇ, ਜਿਹੜੇ ਕਿ ਅਬਜ਼ੋਰਪਸ਼ਨ ਆਫ ਸਬਸਟੈਂਸਿਸ ਵਿੱਚ ਹੈਲਪ ਕਰਦੀ ਹੈ। ਆਪਾਂ ਡਾਈਜੈਸ਼ਨ ਵਾਲੇ ਚੈਪਟਰ ਦੇ ਵਿੱਚ ਕੀਤਾ ਸੀਗਾ, ਜਿਹਦੇ ਵਿੱਚ ਆਪਾਂ ਕਹਿੰਦੇ ਕਿ ਸਮਾਲ ਇੰਟੈਸਟਾਈਨ ਦੇ ਵਿੱਚ ਕੀ ਮਾਈਕਰੋਵਿਲਾਈਜ਼ ਪ੍ਰੈਜ਼ੈਂਟ ਹੁੰਦੀਆਂ ਨੇ, ਜਿਹੜੀਆਂ ਕਿ ਅਬਜ਼ੋਰਪਸ਼ਨ ਦੇ ਵਿੱਚ ਜਿਹੜਾ ਕਿ ਹੈਲਪ ਕਰਦੀਆਂ ਹੈਗੀਆਂ ਨੇ। ਨਰਵ ਸੈੱਲ ਇਲੋਂਗੇਟਿਡ ਸੈੱਲ ਹੁੰਦੇ ਹੈਗੇ ਨੇ, ਜਿਹੜੇ ਕਿ ਟਰਾਂਸਮਿਸ਼ਨ ਆਫ ਇੰਪਲਸਿਸ, ਇੱਕ ਮੈਸੇਜ ਨੂੰ ਦੂਸਰੇ ਸੈੱਲ ਤੱਕ ਜਿਹੜੇ ਕਿ ਲੈ ਕੇ ਜਾਂਦੇ ਹੈਗੇ ਨੇ। ਮੋਸਟ ਇੰਪੋਰਟੈਂਟ ਟੌਪਿਕ ਹੈ ਬੇਟਾ ਕਿ ਫਲੂਇਡ ਮੋਜ਼ੇਕ ਮਾਡਲ। ਕਈ ਸਾਇੰਟਿਸਟ ਨੇ ਜਿਹੜੇ ਕਿ ਸੈੱਲ ਮੈਂਬਰੇਨ ਦੇ ਜਿਹੜੇ ਕੀ ਆ ਮਾਡਲਸ ਦਿੱਤੇ ਹੈਗੇ ਨੇ, ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਆਪਾਂ ਕਹਿੰਦੇ ਐਪਲੀਕੇਬਲ ਜਾਂ ਸਭ ਤੋਂ ਜ਼ਿਆਦਾ ਜਿਹੜਾ ਕਿ ਇੰਪੋਰਟੈਂਟ ਜਿਹੜਾ ਕੀ ਆ ਦੈਟ ਇਜ਼ ਫਲੂਇਡ ਮੋਜ਼ੇਕ ਮਾਡਲ। ਇਹ ਪ੍ਰਪੋਜ਼ ਕੀਤਾ ਸੀ ਬੇਟਾ ਸਿੰਗਰ ਅਤੇ ਨਿਕਲਸਨ ਨੇ 1972 ਦੇ ਵਿੱਚ। ਇਹਦੇ ਵਿੱਚ ਵੀ ਕੀ ਮੈਂਬਰੇਨ ਕੀ ਕੁਇਸ਼ੀ ਫਲੂਇਡ ਹੁੰਦੀ ਹੈਗੀ ਆ, ਇਸ ਪ੍ਰੋਪਰਟੀ ਕਰਕੇ ਜਿਹੜੀ ਕਿ ਮੈਂਬਰੇਨ ਹੈਗੀ ਆ ਕੁਇਕ ਰਿਪੇਅਰ, ਜਲਦੀ ਰਿਪੇਅਰ ਹੋ ਜਾਂਦੀ ਹੈ ਅਗਰ ਕਿਸੇ ਵੀ ਜਗ੍ਹਾ ਤੋਂ ਜਿਹੜੀ ਕੀ ਆ ਟੁੱਟ ਜਾਂਦੀ ਹੈਗੀ ਆ। ਡਾਇਨਮਿਕ ਨੇਚਰ ਹੁੰਦੀ ਹੈਗੀ ਆ, ਬੜੀ ਜਿਹੜੀ ਆਪਾਂ ਕਹਿ ਸਕਦੇ ਹਾਂ ਫਰੀਲੀ ਨੇਚਰ ਹੁੰਦੀ ਹੈਗੀ ਆ। ਅਬਿਲਿਟੀ ਟੂ ਫਿਊਜ਼, ਕਿਸੇ ਵੀ ਆਪਾਂ ਕਹਿੰਦੇ ਪਾਰਟ ਦੇ ਨਾਲ ਕੀ ਆ ਜਲਦੀ ਫਿਊਜ਼ ਕਰ ਜਾਂਦੀ ਹੈਗੀ ਆ, ਐਕਸਪੈਂਡ ਕਰ ਸਕਦੀ ਹੈ, ਕੰਟਰੈਕਟ ਕਰ ਸਕਦੀ ਹੈਗੀ ਆ। ਗਰੋ ਡਿਊਰਿੰਗ ਦਾ ਸੈੱਲ ਗਰੋਥ, ਜਦੋਂ ਸੈੱਲ ਦੀ ਗਰੋਥ ਹੁੰਦੀ ਹੈ ਨਾਲ ਦੀ ਨਾਲ ਜਿਹੜੀ ਕਿ ਇਹ ਗਰੋ ਕਰਦੀ ਹੈਗੀ ਆ। ਸੈੱਲ ਡਿਵੀਜ਼ਨ ਦੇ ਵਿੱਚ ਪਾਰਟੀਸਪੇਟ ਕਰਦੀ ਆ, ਸਕਰੀਸ਼ਨ ਜਿਹੜੀ ਕਿ ਪਰਫੋਰਮ ਅਪ ਕਰਦੀ ਆ, ਅਤੇ ਐਂਡੋਸਾਈਟੋਸਿਸ
ਮੋਲੀਕਿਊਲਸ ਨੂੰ ਜਿਹੜਾ ਕਿ ਅੰਦਰ ਲੈ ਕੇ ਜਾਂਦੀ ਹੈਗੀ ਹੈ। ਜਿਹੜਾ ਬੇਟਾ ਫਲੂਇਡ ਮੋਜ਼ੇਕ ਮਾਡਲ ਹੈ ਉਹ ਪੋਸਟੂਏਟ ਕੀ ਹੈ ਲਿਪਿਡ ਮੋਲੀਕਿਊਲਸ ਦੇ ਵਿੱਚ, ਜਿਹਦੇ ਵਿੱਚ ਕੀ ਆ ਬਾਈ ਲੇਅਰ ਜਿਹੜੀਆਂ ਕਿ ਲਿਪਿਡ ਦੀਆਂ ਪ੍ਰੈਜੈਂਟ ਹੁੰਦੀਆਂ ਨੇ। ਪ੍ਰੋਟੀਨ ਮੋਲੀਕਿਊਲ ਜਿਹੜੇ ਕੀ ਆ ਦੋਨੋਂ ਸਾਈਡ ਦੇ ਉੱਪਰ ਕੀ ਆ ਇਨਰ ਤੇ ਆਊਟਰ ਦੋਨੋਂ ਹੀ ਜਗ੍ਹਾ ਦੇ ਉੱਪਰ ਪ੍ਰੈਜੈਂਟ ਹੁੰਦੇ ਨੇ। ਕੁਝ ਜਿਹੜੀ ਕੀ ਆ ਲਿਪਿਡ ਲੇਅਰ ਦੇ ਉੱਪਰਲੀ ਸਾਈਡ ਦੇ ਉੱਪਰ ਪ੍ਰੈਜੈਂਟ ਹੁੰਦੇ ਹੈਗੇ ਨੇ, ਕੁਝ ਜਿਹੜੀ ਕਿ ਲਿਪਿਡ ਬਾਈ ਲੇਅਰ ਹੈ ਉਹਦੇ ਜਿਹੜੇ ਕੀ ਆ ਇੰਟਰਨਲ ਪ੍ਰੈਜੈਂਟ ਹੁੰਦੇ ਨੇ। ਇਸ ਤਰੀਕੇ ਨਾਲ ਪ੍ਰੈਜੈਂਟ ਹੁੰਦੇ ਨੇ ਜਿਸ ਤਰੀਕੇ ਨਾਲ ਆਪਾਂ ਕਹਿੰਦੇ ਕਿ ਸਮੁੰਦਰ ਦੇ ਵਿੱਚ ਕੀ ਆ ਆਈਸਬਰਗਸ ਹੁੰਦੇ ਹੈਗੇ ਨੇ। ਤਾਂ ਲਿਪਿਡਸ ਨੂੰ ਉਹਨਾਂ ਨੇ ਕੀ ਆ ਸੀ ਮੰਨਿਆ ਹੈਗਾ ਤੇ ਪ੍ਰੋਟੀਨਸ ਨੂੰ ਉਹਨਾਂ ਨੇ ਕੀ ਆ ਆਈਸਬਰਗਸ ਮੰਨਿਆ ਹੈਗਾ। ਇੰਟਰਨਲ ਜਿਹੜੀ ਬੇਟਾ ਪ੍ਰੋਟੀਨਸ ਹੁੰਦੀ ਹੈਗੇ ਨੇ ਉਹਨਾਂ ਨੂੰ ਇੰਟ੍ਰਿੰਸਿਕ ਪ੍ਰੋਟੀਨਸ ਕਿਹਾ ਜਾਂਦਾ ਹੈਗਾ, ਤੇ ਜਿਹੜੀ ਐਕਸਟਰਨਲ ਪ੍ਰੋਟੀਨ ਹੁੰਦੀ ਹੈ ਉਹਨੂੰ ਕੀ ਹੈ ਐਕਸਟ੍ਰਿੰਸਿਕ ਪ੍ਰੋਟੀਨਸ ਕਿਹਾ ਜਾਂਦਾ ਹੈਗਾ। ਜਿਹੜੀ ਕੀ ਆ ਇੰਟੀਗਰਲ ਪ੍ਰੋਟੀਨ ਹੁੰਦੀ ਹੈਗੀ ਆ ਉਹ ਲਿਪਿਡਸ ਦੇ ਅੰਦਰ ਜਿਹੜੀ ਕਿ ਪਾਸ ਔਨ ਕਰਦੀ ਹੈਗੀ ਆ। ਕੁਝ ਜਿਹੜੀ ਕਿ ਇੰਟੀਗਰਲ ਪ੍ਰੋਟੀਨ ਹੁੰਦੀ ਹੈਗੀ ਆ ਲਿਪਿਡ ਬਾਈ ਲੇਅਰ ਦੇ ਅੰਦਰ ਜਿਹੜੀ ਕੀ ਆ ਰਨ ਆਊਟ ਕਰਦੀ ਆ, ਥਰੂ ਆਊਟ ਕਰਦੀ ਆ, ਜਿਨ੍ਹਾਂ ਨੂੰ ਟਨਲ ਪ੍ਰੋਟੀਨਸ ਕਹਿੰਦੇ ਹੈਗੇ। ਇਹ ਜਿਹੜੀ ਟਨਲ ਪ੍ਰੋਟੀਨ ਹੁੰਦੀ ਹੈ ਬੇਟਾ ਚੈਨਲ ਪਰਫਾਰਮ ਕਰਦੀ ਹੈ। ਚੈਨਲ ਦਾ ਮਤਲਬ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਹਾਈਡਰੋਫੋਬਿਕ ਹੁੰਦੀ ਹੈਗੀ। ਹਾਈਡਰੋਫੋਬਿਕ ਹੋਣ ਕਰਕੇ ਜਿੰਨੇ ਵੀ ਕੀ ਆ ਫੈਟੀ ਸਬਸਟੈਂਸਿਸ ਹੁੰਦੇ ਹੈਗੇ ਨੇ ਵਾਟਰ ਦੇ ਅੰਦਰ ਪ੍ਰੈਜੈਂਟ ਹੁੰਦੇ ਨੇ ਉਹਨਾਂ ਨੂੰ ਕੀ ਆ ਅੰਦਰ ਨਹੀਂ ਜਾਣ ਦਿੰਦੇ। ਜਿਸ ਕਰਕੇ ਕਹਿੰਦਾ ਕਿਹੜੀ ਕੀ ਪ੍ਰੋਟੀਨ ਆ ਟਨਲ ਪ੍ਰੋਟੀਨਸ ਹੁੰਦੀਆਂ ਨੇ ਉਹ ਕੀ ਚੈਨਲਸ ਨਾਲੀਆਂ ਬਣਾਉਂਦੇ ਹੈਗੇ ਨੇ, ਜਿਹਦੇ ਰਾਹੀਂ ਜਿਹੜੇ ਆਪਾਂ ਕਹਿੰਦੇ ਕਿ ਮੋਲੀਕਿਊਲ ਜਿਹੜੇ ਕੀ ਆ ਅੰਦਰ ਪਾਸ ਔਨ ਹੁੰਦੇ ਹੈਗੇ ਨੇ। ਵਾਟਰ ਮੋਲੀਕਿਊਲ ਜਾਂ ਵਾਟਰ ਜਿਹੜੇ ਕੀ ਆ ਸੋਲੂਬਲ ਸਬਸਟੈਂਸਿਸ ਹੁੰਦੇ ਹੈਗੇ ਨੇ। ਜਿਹੜੀ ਐਕਸਟ੍ਰਿੰਸਿਕ ਪ੍ਰੋਟੀਨ ਹੁੰਦੀ ਹੈਗੀ ਆ ਉਹ ਕਹਿੰਦੇ ਕਿ ਸਰਫੇਸ ਦੇ ਉੱਪਰ ਕੀ ਮੈਂਬਰੇਨ ਦੇ ਪ੍ਰੈਜੈਂਟ ਹੁੰਦੀ ਹੈਗੀ ਆ। ਕਈ ਵਾਰੀ ਜਿਹੜੀ ਕੀ ਆ ਐਕਸਟਰਨਲ ਪ੍ਰੋਟੀਨ ਹੁੰਦੀ ਹੈ ਐਕਸਟ੍ਰਿੰਸਿਕ ਪ੍ਰੋਟੀਨ ਜਿਹੜੀ ਕਹਿੰਦੇ ਆ ਉਹ ਇੰਨੀ ਕੁ ਜ਼ਿਆਦਾ ਕੋਵਾਲੈਂਟ ਜਿਹੜੀ ਕੀ ਆ ਅਟੈਚ ਕਰ ਜਾਂਦੀ ਹੈਗੀ ਆ ਆਪਣਾ ਲਿਪਿਡਸ ਦੇ ਨਾਲ, ਜਿਹਦੇ ਕਰਕੇ ਕੀ ਫੋਸਫੋਲਿਪਿਡ ਹੈਡ ਪਰਫਾਰਮ ਕਰਦੀ ਹੈਗੀ ਆ, ਜਿਹਨੂੰ ਕਹਿੰਦਾ ਕਿ ਥੋੜ੍ਹੀ ਜਿਹੀ ਆਪਾਂ ਕਹਿੰਦੇ ਹੈਗੇ ਆ ਕਿ ਮਾਈਲਡ ਟਰੀਟਮੈਂਟ ਦੇ ਨਾਲ ਜਿਹੜਾ ਕੀ ਆ ਸੈਪਰੇਟ ਕੀਤਾ ਜਾਂਦਾ ਹੈਗਾ। ਆ ਬੇਟਾ ਆਪਣੇ ਕੋਲੇ ਕੀ ਆ ਪਲਾਜ਼ਮਾ ਸੈੱਲ ਮੈਂਬਰੇਨ ਦੀ ਜਿਹੜੀ ਕਿ ਆਪਣੇ ਕੋਲ ਸਟਰਕਚਰ ਹੈਗੀ ਆ ਮੋਜ਼ੇਕ ਮਾਡਲ। ਆ ਆਪਣੇ ਕੋਲੇ ਕੀ ਆ ਦੈਟ ਇਜ਼ ਦਾ ਬਾਇਲਿਪਿਡ ਲੇਅਰ। ਇੱਕ ਲਿਪਿਡ ਦੀ ਲੇਅਰ ਆਪਣੇ ਕੋਲੇ ਕੀ ਆ ਇਹ ਦਿਖਾਈ ਹੋਈ ਹੈਗੀ ਆ, ਦੂਸਰੀ ਆਪਣੇ ਕੋਲੇ ਕੀ ਲਿਪਿਡ ਦੀ ਲੇਅਰ ਇਹੀ ਆ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਹੈਡ ਕੀ ਆ ਹਾਈਡਰੋਫਿਲਿਕ ਹੈ, ਜਿਹਦੇ ਕਰਕੇ ਕੀ ਆ ਬਾਹਰਲੀ ਸਾਈਡ ਦੇ ਉੱਪਰ ਪ੍ਰੈਜੈਂਟ ਹੁੰਦੇ ਨੇ। ਆ ਜਿਹੜੀ ਟੇਲ ਹੈਗੀ ਆ ਦੈਟ ਇਜ਼ ਦਾ ਹਾਈਡਰੋਫੋਬਿਕ ਜਿਹੜੀ ਕਿ ਇੰਟਰਨਲੀ ਪ੍ਰੈਜੈਂਟ ਹੁੰਦੀ ਹੈਗੀ ਹੈ। ਇਹਨਾਂ ਦੇ ਅੰਦਰ ਆ ਜਿਹੜੀ ਪ੍ਰੋਟੀਨ ਹੈਗੀ ਆ ਬਹੁਤ ਜ਼ਿਆਦਾ ਆਪਾਂ ਕਹਿੰਦੇ ਹੈਗੇ ਆ ਕਿ ਟਨਲ ਦੇ ਰੂਪ ਵਿੱਚ ਪ੍ਰੈਜੈਂਟ ਹੁੰਦੀ ਹੈਗੀ ਆ, ਜਿਹਨੂੰ ਇੰਟ੍ਰਿੰਸਿਕ ਪ੍ਰੋਟੀਨ ਕਹਿੰਦੇ ਹੈਗੇ, ਇਹਨੂੰ ਟਨਲ ਪ੍ਰੋਟੀਨ ਵੀ ਕਿਹਾ ਜਾਂਦਾ ਹੈਗਾ। ਬਾਹਰਲੀ ਸਾਈਡ ਦੇ ਉੱਪਰ ਪ੍ਰੈਜੈਂਟ ਹੁੰਦੀ ਹੈਗੀ ਜਿਹਨੂੰ ਕਿ ਐਕਸਟ੍ਰਿੰਸਿਕ ਪ੍ਰੋਟੀਨ ਕਿਹਾ ਜਾਂਦਾ ਹੈਗਾ। ਵਾਟਰ ਸੋਲੂਬਲ ਮੋਲੀਕਿਊਲਸ ਕੀ ਆ ਇਸ ਹੈਡ ਅੰਦਰੋਂ ਤਾਂ ਪਾਸ ਔਨ ਹੋ ਜਾਂਦੇ ਨੇ ਲੇਕਿਨ ਟੇਲ ਉਹਨਾਂ ਨੂੰ ਕੀ ਆ ਅੰਦਰ ਨਹੀਂ ਜਾਣ ਦਿੰਦੀ, ਜਿਹਦੇ ਕਰਕੇ ਕੀ ਆ ਇੱਕ ਸੈੱਲ ਤੋਂ ਦੂਸਰੇ ਸੈੱਲ ਤੱਕ ਜਾਂ ਇੱਕ ਜਿਹੜੇ ਕਿ ਔਰਗੇਨਲ ਤੋਂ ਦੂਸਰੇ ਔਰਗੇਨਲ ਤੱਕ ਜੋ ਵੀ ਮੋਲੀਕਿਊਲਸ ਨੇ ਜਾਣਾ ਹੈਗਾ ਉਹ ਕਿਹਦੇ ਰਾਹੀਂ ਜਾਂਦੇ ਨੇ ਇਸ ਟਨਲ ਪ੍ਰੋਟੀਨ ਦੇ ਰਾਹੀਂ ਜਿਹੜੇ ਕੀ ਆ ਪਾਸ ਔਨ ਕਰਦੇ ਹੈਗੇ ਨੇ। ਮੈਨੀ ਜਿਹੜੀਆਂ ਮੈਂਬਰੇਨਸ ਹੁੰਦੀਆਂ ਹੈਗੀਆਂ ਪ੍ਰੋਟੀਨਸ ਦੀਆਂ ਉਹ ਕਹਿੰਦਾ ਕਿ ਐਂਜ਼ਾਈਮ ਐਕਟ ਕਰਦੀਆਂ ਨੇ, ਜਿਹਦੇ ਕਰਕੇ ਫੈਸੀਲੀਟੇਡ ਜਿਹੜੀ ਕਿ ਡਿਫਿਊਜ਼ਨ ਹੁੰਦੀ ਹੈਗੀ ਆ ਫਰੋਮ ਹਾਇਰ ਕੌਨਸਨਟ੍ਰੇਸ਼ਨ ਟੂ ਲੋਅਰ ਕੌਨਸਨਟ੍ਰੇਸ਼ਨ। ਕੁਝ ਜਿਹੜੀਆਂ ਪ੍ਰੋਟੀਨਸ ਹੁੰਦੀਆਂ ਨੇ ਉਹ ਕਹਿੰਦਾ ਕਿ ਕਰੀਅਰ ਪ੍ਰੋਟੀਨਸ ਹੁੰਦੀਆਂ ਨੇ, ਜਿਹਦੇ ਵਿੱਚ ਆਪਾਂ ਟਨਲ ਪ੍ਰੋਟੀਨ ਦੀ ਗੱਲ ਕੀਤੀ ਹੈਗੀ ਆ, ਜਿਹੜੀ ਐਕਟਿਵ ਟਰਾਂਸਪੋਰਟ ਜਿਹੜੀ ਕਿ ਪਰਫਾਰਮ ਕਰਦੀ ਹੈ। ਐਕਟਿਵ ਦਾ ਮਤਲਬ ਕੀ ਆ ਅਗੇਂਸਟ ਗ੍ਰੇਡੀਐਂਟ ਕੌਨਸਨਟ੍ਰੇਸ਼ਨ, ਕਿ ਅਗਰ ਮੋਲੀਕਿਊਲਸ ਨੂੰ ਅੰਦਰ ਜ਼ਰੂਰਤ ਹੈਗੀ ਆ ਤਾਂ ਬਾਹਰ ਚਾਹੇ ਘੱਟ ਹੀ ਨੇ ਤਾਂ ਉਹ ਕਹਿੰਦਾ ਕਿ ਕਰੀਅਰ ਪ੍ਰੋਟੀਨ ਦੇ ਰਾਹੀਂ ਜਿਹੜੇ ਕਿ ਅੰਦਰ ਪਾਸ ਔਨ ਹੁੰਦੇ ਹੈਗੇ ਨੇ। ਕੁਝ ਜਿਹੜੇ ਕਿ ਲਿਪਿਡਸ ਤੇ ਐਕਸਟ੍ਰਿੰਸਿਕ ਜਿਹੜੀਆਂ ਪ੍ਰੋਟੀਨਸ ਹੁੰਦੀਆਂ ਨੇ ਜੁਆਇਨ ਕਰ ਜਾਂਦੀਆਂ ਹੈਗੇ ਨੇ ਆਊਟਰ ਸਾਈਡ, ਜਿਹਦੇ ਕਰਕੇ ਕੀ ਆ ਸੈੱਲ ਮੈਂਬਰੇਨ ਕੀ ਆ ਕੀ ਪਰਫਾਰਮ ਕਰਦੀ ਆ ਗਲਾਈਕੋਲਿਪਿਡਸ। ਗਲਾਈਕੋ ਦਾ ਮਤਲਬ ਕੀ ਆ ਗਲੂਕੋਜ਼, ਜਿਹਨੂੰ ਅਸੀਂ ਕਾਰਬੋਹਾਈਡਰੇਟਸ ਕਹਿੰਦੇ ਹੈਗੇ, ਤਾਂ ਗਲਾਈਕੋਲਿਪਿਡਸ ਦੀ ਬਣੀ ਹੁੰਦੀ ਆ ਜਾਂ ਅਸੀਂ ਨੂੰ ਕੀ ਗਲਾਈਕੋ ਪ੍ਰੋਟੀਨਸ ਕਹਿੰਦੇ ਹੈਗੇ। ਜਿਹੜੀਆਂ ਕਿ ਕੌਂਸਟੀਚੂਏਟ ਕਰਦੀਆਂ ਨੇ ਇਕੱਠੀਆਂ ਹੁੰਦੀਆਂ ਨੇ ਗਲਾਈਕੋਕੇਲਿਕਸ ਔਰ ਸੈੱਲ ਕੋਡ ਪਰਫਾਰਮ ਕਰਦੀ ਹੈ। ਇਹ ਜ਼ਿਆਦਾਤਰ ਕੀ ਆ ਜਿੰਨੇ ਵੀ ਬਹੁਤ ਜ਼ਿਆਦਾ ਸਮੋਲਰ ਆਪਾਂ ਕਹਿ ਸਕਦੇ ਹੈਗੇ ਆ ਟਾਈਨੀ ਜਿਹੜੇ ਕੀ ਆ ਮਾਈਕਰੋ ਔਰਗੈਨਿਜ਼ਮ ਹੁੰਦੇ ਨੇ ਉਹਨਾਂ ਦੇ ਵਿੱਚ ਪ੍ਰੈਜੈਂਟ ਹੁੰਦੀ ਹੈਗੀ ਆ, ਖਾਸ ਕਰ ਬੈਕਟੀਰੀਆ ਦੇ ਵਿੱਚ, ਜਿਹੜੀ ਕਹਿੰਦਾ ਕਿ ਉਹਨਾਂ ਨੂੰ ਕੀ ਆ ਪ੍ਰੋਟੈਕਸ਼ਨ ਪ੍ਰੋਵਾਈਡ ਕਰਦੀ ਆ। ਜਿੰਨੇ ਵੀ ਵਾਇਰਸਿਸ ਹੁੰਦੇ ਹੈਗੇ ਨੇ, ਅਦਰ ਪੈਥੋਜਨਸ ਹੁੰਦੇ ਹੈਗੇ ਨੇ, ਜਾਂ ਜਿਹੜੇ ਕੀ ਆ ਪਾਣੀ ਦੇ ਅੰਦਰ ਕੈਮੀਕਲਸ ਹੁੰਦੇ ਹੈਗੇ ਨੇ ਉਹਨਾਂ ਤੋਂ ਜਿਹੜੀ ਕੀ ਆ ਪ੍ਰੋਟੈਕਸ਼ਨ ਪਰਫਾਰਮ ਅਪ ਕਰਦੀ ਹੈਗੀ। ਨੈਕਸਟ ਆ ਗਿਆ ਬੇਟਾ ਆਪਣੇ ਕੋਲੇ ਮੈਂਬਰੇਨ ਟਰਾਂਸਪੋਰਟ।
ਤਾਂ ਜਿਹੜੀ ਕੀ ਟਰਾਂਸਪੋਰਟ ਉਹ ਕਿਸ ਤਰੀਕੇ ਨਾਲ ਪਰਫਾਰਮ ਅਪ ਹੁੰਦੀ ਹੈਗੀ ਆ, ਇਹਦੇ ਵਿੱਚ ਕੀ ਦੋ ਮੈਥਡ ਹੁੰਦੇ ਨੇ, ਇੱਕ ਪੈਸਿਵ ਤੇ ਇੱਕ ਆਪਣੇ ਕੋਲ ਕੀ ਐਕਟਿਵ ਟਰਾਂਸਪੋਰਟ ਹੁੰਦੀ ਹੈਗੀ। ਪੈਸਿਵ ਦਾ ਮਤਲਬ ਕੀ ਹੁੰਦਾ, ਜਿਹਦੇ ਵਿੱਚ ਕੋਈ ਵੀ એનર્ਜੀ ਜਿਹੜੀ ਕੀ ਆ ਨਹੀਂ ਲੱਗਦੀ ਹੈਗੀ। ਐਕਟਿਵ ਦੇ ਵਿੱਚ ਕੀ ਆ એનર્ਜੀ ਦੀ ਜ਼ਰੂਰਤ ਹੁੰਦੀ ਹੈਗੀ ਆ। ਜਿਹੜੀ ਪੈਸਿਵ ਹੁੰਦੀ ਹੈ ਬੇਟਾ ਹਮੇਸ਼ਾ ਕੀ ਆ ਟੂਵਰਡਸ ਕੀ ਆ ਕੌਨਸਨਟ੍ਰੇਸ਼ਨ ਗ੍ਰੇਡੀਅੰਟ ਕੰਮ ਕਰਦੀ ਹੈ ਕਿ ਬਾਹਰ ਮੋਲੀਕਿਊਲਸ ਦੀ ਕੌਨਸਨਟ੍ਰੇਸ਼ਨ ਜ਼ਿਆਦਾ ਹੈ ਤਾਂ ਉਸਨੇ ਅੰਦਰ ਜਾਣਾ ਹੀ ਜਾਣਾ ਹੈਗਾ। ਲੇਕਿਨ ਐਕਟਿਵ ਟਰਾਂਸਪੋਰਟ ਕੀ ਜ਼ਰੂਰਤ ਦੇ ਅਕੋਰਡਿੰਗ, ਚਾਹੇ ਮੋਲੀਕਿਊਲਸ ਬਾਹਰ ਘੱਟ ਨੇ ਤਾਂ ਉਹਨਾਂ ਨੇ ਅੰਦਰ ਜ਼ਰੂਰਤ ਹੈ ਤਾਂ ਜਾਣਾ ਹੀ ਜਾਣਾ ਹੈ, ਜਿਹਦੇ ਕਰਕੇ ਉਹਨਾਂ ਨੂੰ ਕੀ એનર્ਜੀ ਲਗਾਉਣੀ ਪੈਂਦੀ ਹੈਗੀ ਹੈ। ਪਹਿਲਾਂ ਆਪਾਂ ਗੱਲ ਕਰਾਂਗੇ ਪੈਸਿਵ ਟਰਾਂਸਪੋਰਟ। ਜਿਹੜਾ ਕਿ ਮੋਡ ਆਫ ਜਿਹੜੀ ਕੀ ਆ ਮੈਂਬਰੇਨ ਟਰਾਂਸਪੋਰਟ ਹੁੰਦੀ ਆ, ਜਿੱਥੇ ਕੀ ਆ ਸੈੱਲ ਕੋਈ ਵੀ ਜਿਹੜੀ ਕੀ ਆ એનર્ਜੀ ਜਿਹੜੀ ਕਿ ਸਪੈਂਡ ਨਹੀਂ ਕਰਦਾ ਹੈਗਾ। ਟਰਾਂਸਫਰ ਅਕੋਰਡਿੰਗ ਟੂ ਦਾ ਕੌਨਸਨਟ੍ਰੇਸ਼ਨ ਗ੍ਰੇਡੀਅੰਟ ਫਰੋਮ ਹਾਇਰ ਕੌਨਸਨਟ੍ਰੇਸ਼ਨ ਟੂ ਲੋਅਰ ਕੌਨਸਨਟ੍ਰੇਸ਼ਨ। ਇਹ ਦੋ ਤਰ੍ਹਾਂ ਦੀ ਹੁੰਦੀ ਬੇਟਾ, ਪੈਸਿਵ ਡਿਫਿਊਜ਼ਨ ਹੁੰਦੀ ਹੈਗੀ ਆ। ਪੈਸਿਵ ਡਿਫਿਊਜ਼ਨ ਦੇ ਵਿੱਚ ਕੀ ਹੁੰਦਾ ਹੈਗਾ, ਪੈਸਿਵ ਰੋਲ ਪਰਫਾਰਮ ਕਰਦੀ ਹੈਗੀ ਆ, ਜਿਹਦੇ ਵਿੱਚ ਆਪਾਂ ਕਹਿੰਦੇ ਕਿ ਲਿਪਿਡ ਦੇ ਰਾਹੀਂ ਜਿਹੜੇ ਕੀ ਆ ਜਾਂ ਜਿਹੜੇ ਕਿ ਲਿਪਿਡ ਦੇ ਅੰਦਰ ਚੈਨਲਸ ਬਣੇ ਹੁੰਦੇ ਹੈਗੇ ਨੇ, ਉਹਨਾਂ ਦੀ ਹੈਲਪ ਦੇ ਨਾਲ ਕੀ ਮੋਲੀਕਿਊਲਸ ਕੀ ਈਜ਼ੀਲੀ ਜਿਹੜੇ ਕਿ ਪਾਸ ਔਨ ਕਰਦੇ ਹੈਗੇ ਨੇ। ਦੂਸਰਾ ਹੈਗਾ ਆਪਣੇ ਕੋਲ ਲਿਪਿਡ ਸੋਲੂਬਲ। ਕਲੀਅਰ ਹੈ ਕਿ ਸਿਰਫ ਫੈਟ ਮੋਲੀਕਿਊਲਸ ਨੂੰ ਜਿਹੜਾ ਕਿ ਅਲਾਉ ਕਰਦੀ ਹੈਗੀ ਹੈ, ਜਿਹਦੇ ਵਿੱਚ ਸਿੰਪਲ ਡਿਫਿਊਜ਼ਨ ਆ। ਅਗਰ ਕੀ ਆ ਫੈਟ ਸੋਲੂਬਲ ਮੋਲੀਕਿਊਲਸ ਬਾਹਰ ਜ਼ਿਆਦਾ ਨੇ ਤਾਂ ਬੜੀ ਆਸਾਨੀ ਦੇ ਨਾਲ ਕੀ ਅੰਦਰ ਪਾਸ ਔਨ ਹੋਣੇ ਸ਼ੁਰੂ ਹੋ ਜਾਂਦੇ ਹੈਗੇ ਨੇ। ਉਸ ਤੋਂ ਬਾਅਦ ਬੇਟਾ ਆਪਣੇ ਕੋਲ ਓਪਨ ਚੈਨਲ ਟਰਾਂਸਪੋਰਟ। ਮੈਂਬਰੇਨ ਜਿਹੜੀ ਕੀ ਆ ਪੋਜੈਸ ਕਰਦੀ ਹੈ ਸਮ ਓਪਨ ਚੈਨਲਸ ਫਾਰਮ ਆਫ ਦਾ ਟਨਲ ਪ੍ਰੋਟੀਨ, ਜਿਹੜੀ ਆਪਾਂ ਪਿੱਛੇ ਗੱਲ ਕੀਤੀ ਸੀਗੀ। ਵਾਟਰ ਅਤੇ ਵਾਟਰ ਸੋਲੂਬਲ ਸਬਸਟੈਂਸਿਸ ਨੂੰ ਪਾਸ ਕਰਦੀ ਹੈਗੀ ਆ ਇਸ ਦੇ ਰਾਹੀਂ। ਲੇਕਿਨ ਇਹਦੇ ਵਿੱਚ ਕੀ ਆ ਓਸਮੋਸਿਸ ਜਿਹੜਾ ਕਿ ਪ੍ਰੋਸੈਸ ਪਰਫਾਰਮ ਅਪ ਹੁੰਦਾ ਹੈਗਾ। ਓਸਮੋਸਿਸ ਉਹਦੀ ਐਗਜ਼ਾਮਪਲ ਹੈਗੀ ਆ। ਓਸਮੋਸਿਸ ਦਾ ਮਤਲਬ ਕੀ ਹੁੰਦਾ ਹੈਗਾ ਕਿ ਫਰੋਮ ਹਾਇਰ ਕੌਨਸਨਟ੍ਰੇਸ਼ਨ ਟੂ ਲੋਅਰ ਕੌਨਸਨਟ੍ਰੇਸ਼ਨ ਲੇਕਿਨ ਥਰੂ ਸੈਮੀ ਪਰਮੀਏਬਲ ਮੈਂਬਰੇਨ, ਕਿ ਕੁਛ ਮੋਲੀਕਿਊਲ ਜਿਨ੍ਹਾਂ ਦੀ ਜ਼ਰੂਰਤ ਹੈ ਉਹਨਾਂ ਨੂੰ ਜਿਹੜਾ ਕੀ ਆ ਅਲਾਉ ਅਪ ਕਰਦੀ ਹੈਗੀ ਆ। ਸੈਕਿੰਡ ਹੈ ਬੇਟਾ ਆਪਣੇ ਕੋਲ ਫੈਸਿਲੀਟੇਟਿਡ ਡਿਫਿਊਜ਼ਨ। ਇਹ ਜਿਹੜੀ ਕੀ ਆ ਏਜੰਸੀ ਆਫ ਗੇਟਿਡ ਆਇਨਸ, ਸਿਰਫ ਕੀ ਆਇਨਸ ਬਣਦੇ ਨੇ, ਮੋਲੀਕਿਊਲ ਜਿਹੜੇ ਕਿ ਡਿਜ਼ੋਲਵਡ ਨੇ ਪ੍ਰੋਪਰ ਜਿਹੜੇ ਕਿ ਸਲਿਊਟ ਨੇ ਉਹਨਾਂ ਨੂੰ ਪਾਸ ਔਨ ਨਹੀਂ ਹੋਣ ਦਿੰਦੀ ਹੈਗੀ। ਆਇਨ ਚੈਨਲ ਜਿਹੜੇ ਕਿ ਹਾਈਲੀ ਸਪੈਸੀਫਿਕ ਹੁੰਦੇ ਹੈਗੇ ਨੇ। ਡੂ ਨਾਟ ਪਾਸ ਇਨ ਦਾ ਡਿਜ਼ੋਲਵਡ ਸਟੇਟ ਥਰੂ ਦਾ ਆਇਨਸ ਬਟ ਇਨਸਟੈਡ ਓਨਲੀ ਆਇਨਸ ਮੂਵ ਥਰੂ ਦੈਮ। ਜਿਹੜੇ ਕੀ ਆ ਮੋਲੀਕਿਊਲਸ ਨੇ ਪਾਣੀ ਦੇ ਵਿੱਚ ਡਿਜ਼ੋਲਵ ਅਪ ਹੋ ਜਾਂਦੇ ਨੇ, ਉਹਨਾਂ ਨੂੰ ਅੰਦਰ ਨਹੀਂ ਲੰਘਣ ਦਿੰਦੀ, ਸਿਰਫ ਅਤੇ ਸਿਰਫ ਕੀ ਆ ਆਇਨਸ ਜਿਹੜੇ ਬਣਦੇ ਹੈਗੇ ਨੇ ਉਹਨਾਂ ਨੂੰ ਜਿਹੜਾ ਕੀ ਆ ਅੰਦਰ ਪਾਸ ਔਨ ਦਿੰਦੀ ਹੈਗੀ ਆ। ਮੋਸਟ ਆਇਨ ਚੈਨਲ ਜਿਹੜੇ ਕੀ ਆ ਗੇਟਡ ਹੁੰਦੇ ਹੈਗੇ ਨੇ, ਕਿ ਜਦੋਂ ਆਇਨ ਕੀ ਆ ਉਸ ਗੇਟ ਦੇ ਨਾਲ ਕੀ ਆ ਟੱਚ ਕਰਦੇ ਨੇ ਤਾਂ ਗੇਟ ਜਿਹੜਾ ਕੀ ਆ ਓਪਨ ਅਪ ਹੁੰਦਾ ਹੈਗਾ। ਸੈਕਿੰਡ ਆ ਗਿਆ ਬੇਟਾ ਆਪਣੇ ਕੋਲ ਐਕਟਿਵ ਟਰਾਂਸਪੋਰਟ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਅਗੇਂਸਟ ਕੌਨਸਨਟ੍ਰੇਸ਼ਨ ਗ੍ਰੇਡੀਅੰਟ ਹੈ ਅਤੇ ਐਨਰਜੀ ਜਿਹੜੀ ਕੀ ਆ ਰਿਕੁਆਇਰਡ ਹੈ, ਜ਼ਰੂਰੀ ਹੈਗੀ ਆ। ਮੂਵਮੈਂਟ ਆਫ ਸਲਿਊਟ ਪਾਰਟੀਕਲਸ ਅਗੇਂਸਟ ਕੌਨਸਨਟ੍ਰੇਸ਼ਨ ਗ੍ਰੇਡੀਅੰਟ, ਐਨਰਜੀ ਜਿਹੜੀ ਕਿ ਰਿਕੁਆਇਰਡ ਆ ਫॉर ਦਿਸ ਪ੍ਰੋਸੈਸ। ਇਹ ਐਨਰਜੀ ਕਿੱਥੋਂ ATP ਜਿਹੜੀ ਕੀ ਆ ਉੱਥੋਂ ਜਿਹੜੀ ਕਿ ਓਬਟੇਨਡ ਅਪ ਹੁੰਦੀ ਹੈਗੀ ਆ। ਇਹ ਏਜੰਸੀ ਆਫ ਸਪੈਸ਼ਲ ਆਰਗੈਨਿਕ ਮੋਲੀਕਿਊਲ ਜਿਨ੍ਹਾਂ ਨੂੰ ਕਰੀਅਰ ਮੋਲੀਕਿਊਲਸ ਕਹਿੰਦੇ ਹੈਗੇ, ਸਿਰਫ ਉਹਨਾਂ ਦੁਆਰਾ ਜਿਹੜੀ ਕੀ ਆ ਪਰਫਾਰਮ ਅਪ ਹੁੰਦੀ ਹੈਗੀ ਆ। ਜਿਹੜੇ ਸਲਿਊਟ ਪਾਰਟੀਕਲਸ ਹੁੰਦੇ ਨੇ ਉਹ ਬੇਟਾ ਕੀ ਆ ਕੰਬਾਈਨਸ ਕਰਦੇ ਹੈਗੇ ਨੇ ਕਰੀਅਰ ਦੇ ਨਾਲ। ਆ ਦੇਖੋ ਆਪਣੇ ਕੋਲ ਦਿਖਾਇਆ, ਆਪਣੇ ਕੋਲ ਕੀ ਕਰੀਅਰ ਪ੍ਰੋਟੀਨਸ ਹੈਗੀਆਂ ਨੇ, ਇਹ ਕੈਰੀਅਰ ਨੇ। ਜਦੋਂ ਕਿ ਸਲਿਊਟ ਸਬਸਟੈਂਸਿਸ ਕਿ ਇਹਦੇ ਨਾਲ ਟੱਚ ਕਰਦੇ ਨੇ ਤਾਂ ਜਿਹੜੇ ਕੀ ਓਪਨ ਅਪ ਕਰਦੇ ਹੈਗੇ ਨੇ। ਜਦੋਂ ਇਹ ਓਪਨ ਅਪ ਕਰ ਗਏ ਤਾਂ ਜਿਹੜਾ ਕਿ ਸਲਿਊਟ ਪਾਰਟੀਕਲ ਉਹ ਅੰਦਰ ਚਲਿਆ ਜਾਂਦਾ ਅਤੇ ਉੱਪਰਲੇ ਗੇਟ ਜਿਹੜੇ ਕਿ ਕਲੋਜ਼ ਅਪ ਹੋ ਜਾਂਦੇ ਹੈਗੇ ਨੇ। ਜਦੋਂ ਦੂਸਰੇ ਪਾਰਟ ਦੇ ਨਾਲ ਕੀ ਜੁਆਇਨ ਅਪ ਕਰਦੇ ਹੈਗੇ ਨੇ, ਟੱਚ ਕਰਦੇ ਨੇ, ਤਾਂ ਇਹ ਜਿਹੜੇ ਕੀ ਗੇਟ ਓਪਨ ਅਪ ਕਰਦੇ ਨੇ ਤਾਂ ਜਿਹੜੇ ਕਿ ਆਪਣੇ ਕੋਲ ਕਿ ਸਲਿਊਟ ਨੇ ਉਹ ਕਹਿੰਦਾ ਕਿ ਇਨਸਾਈਡ ਸੈੱਲ ਦੇ ਅੰਦਰ ਪਾਸ ਔਨ ਹੋ ਜਾਂਦੇ ਹੈਗੇ ਨੇ। ਇਨ ਦਾ ਬਾਊਂਡ ਸਟੇਟ ਦਾ ਕੈਰੀਅਰ ਜਿਹੜੇ ਕੀ ਆ ਅੰਡਰਗੋਜ਼ ਦਾ ਕਨਫਰਮੇਸ਼ਨਲ ਚੇਂਜ ਹੋ ਗਈ। ਪਹਿਲਾਂ ਇਹ ਓਪਨ ਅਪ ਕੀਤਾ ਸੀਗਾ, ਉਸ ਤੋਂ ਬਾਅਦ ਕੀ ਹੈਗਾ ਇਹ ਕੀ ਆ ਕਲੋਜ਼ ਅਪ ਹੋ ਗਿਆ। ਉਸ ਤੋਂ ਬਾਅਦ ਕੀ ਹੋ ਗਿਆ, ਇਹ ਓਪਨ ਹੋਊਗਾ ਅਗਲੇ ਮੋਲੀਕਿਊਲਸ ਨੂੰ ਲੈਣ ਵਾਸਤੇ, ਤਾਂ ਇਹ ਜਿਹੜਾ ਕੀ ਆ ਮੋਲੀਕਿਊਲਸ ਦੇਣ ਤੋਂ ਬਾਅਦ ਫਿਰ ਦੁਬਾਰਾ ਜਿਹੜਾ ਕਿ ਕਲੋਜ਼ ਅਪ ਹੋ ਜਾਊਗਾ। ਜਿਸ ਕਰਕੇ ਕਹਿੰਦਾ ਕਿ ਇਹਦੇ ਵਿੱਚ ਕਨਫਰਮੇਸ਼ਨਲ ਚੇਂਜ ਹੁੰਦੀ ਹੈਗੀ ਆ। ਟਰਾਂਸਪੋਰਟ ਸਲਿਊਟ ਅਦਰ ਸਾਈਡ ਆਫ ਦਾ ਮੈਂਬਰੇਨ, ਇੱਕ ਮੈਂਬਰੇਨ ਤੋਂ ਲਿਆ ਦੂਸਰੇ ਕੀ ਸੈੱਲ ਦੀ ਮੈਂਬਰੇਨ ਨੂੰ ਜਿਹੜੇ ਕਿ ਪਾਸ ਔਨ ਕਰ ਦਿੱਤੇ, ਜਿੱਥੇ ਜਿਹੜੇ ਆਪਾਂ ਕਹਿੰਦੇ ਕਿ ਸਲਿਊਟ ਜਿਹੜਾ ਕਿ ਰਿਲੀਜ਼ ਅਪ ਹੁੰਦਾ ਹੈਗਾ ਅਤੇ ਸਟਰਕਚਰ ਜਿਹੜੀ ਕੀ ਹੈ ਪਹਿਲਾਂ ਦੀ ਤਰ੍ਹਾਂ ਜਿਹੜੀ ਕਿ ਪਰਫਾਰਮ ਅਪ ਹੋ ਜਾਂਦੀ ਹੈਗੀ ਆ, ਜਿਹੜੀ ਕਿ ਆ ਸਲਿਊਟ ਨੂੰ ਲੈਣ ਵਾਸਤੇ ਜਿਹੜੀ ਕਿ ਆ ਰੈਡੀ ਹੁੰਦੀ ਹੈਗੀ। ਥੈਂਕ ਯੂ ਬੇਟਾ।